स्वागत है जी डॉक्टर साहब। साडी अगली ईमेल पाकिस्तान तो अली खान जी दी है। ये लिखते हैं, मैं पाकिस्तान तो हाँ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਜੇ ਕਦੀ ਭਾਰਤ ਨੇ ਖਾਲਿਸਤਾਨ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਤੁਹਾਡੇ ਨਾਲ ਸੀਨਾ ਬਸੀਨਾ ਖਲੋਵਾਂਗੇ। ਪਾਕਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਡਾਕਟਰ ਸਾਹਿਬ ਦੇਖੋ ਵੀ ਅਲੀ ਖਾਨ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਪਾਕਿਸਤਾਨ ਤੋਂ ਲਿਖਿਆ ਤੇ ਉਹਨਾਂ ਨੇ ਸਾਨੂੰ ਹਮਾਇਤ ਦਾ ਵੀ ਭਰੋਸਾ ਦਿਵਾਇਆ। ਉਹ ਭਾਈ ਉਦੋਂ ਮਦਦ ਤਾਂ ਉਦੋਂ ਕਰੋਗੇ, ਪਹਿਲਾਂ ਬਣਾਉਣ 'ਚ ਸਾਡੀ ਮਦਦ ਕਰੋ ਜੀ। ਔਰ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਸਾਡਾ ਹਮਸਾਇਆ ਮੁਲਕ ਹੈ ਜੀ। ਪਾਕਿਸਤਾਨ ਦੇ ਵਿੱਚ ਸਾਡੇ 174 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਨੇ ਜੀ। ਉਹਨਾਂ ਦੀ ਸਾਂਭ ਸੰਭਾਲ ਲਈ ਉਹਨਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ ਜੀ। ਔਰ ਪਾਕਿਸਤਾਨ 'ਚ ਆਮ ਕਰਕੇ ਔਰ ਪਾਕਿਸਤਾਨੀ ਪੰਜਾਬ 'ਚ ਖਾਸ ਕਰਕੇ ਸਿੱਖਾਂ ਦੇ ਲਈ ਬਹੁਤ ਗੁੱਡਵਿਲ ਹੈ ਜੀ। ਔਰ ਬਹੁਤ ਵਾਰ ਕਿਉਂਕਿ ਨੈਗੇਟਿਵ ਪ੍ਰੋਪੇਗੈਂਡਾ ਇੰਨਾ ਜ਼ਿਆਦਾ ਹੈ ਇੱਧਰਲੇ ਮੀਡੀਆ ਦਾ, ਔਰ ਇੱਧਰਲਾ ਮੀਡੀਆ ਕਾਫੀ ਹੁਣ ਪ੍ਰਭਾਵ ਰੱਖਣ ਲੱਗ ਗਿਆ ਹੈ। ਇੱਧਰਲੇ ਦਾ ਮਤਲਬ ਹਿੰਦੁਸਤਾਨ ਦਾ, ਨਾਟ ਅਮਰੀਕਨ ਜੀ। ਪਾਕਿਸਤਾਨ ਦੇ ਉੱਤੇ ਕਿਉਂਕਿ ਬਹੁਤ ਸਾਰੇ ਟੀਵੀ ਸੀਰੀਅਲ ਔਰ ਜਿਹੜੇ ਉਹਨਾਂ ਦੇ ਕੋਈ ਜਿਹੜੇ ਸੋ ਕਾਲਡ ਐਕਸਪਰਟ ਨੇ ਉਹ ਵੀ, ਕਿਉਂਕਿ ਮੀਡੀਆ ਇੱਕ ਇੰਡਸਟਰੀ ਬਣ ਗਿਆ ਤਾਂ ਇੰਡਸਟਰੀ ਦੇ ਵਿੱਚ ਪ੍ਰਮੋਸ਼ਨ ਜਿਹੜੀ ਹੈ ਉਹ ਦੋਨੋਂ ਪਾਸਿਓਂ ਮਨੀ ਮੇਕਿੰਗ ਦੀ ਇੱਕ ਦੌੜ ਹੈ ਜੀ। ਸੋ ਜਿਹੜੇ ਜੈਨੂਨ ਜਾਂ ਠੀਕ ਭਾਵਨਾ ਰੱਖਣ ਵਾਲੇ ਸਾਡੇ ਪਾਕਿਸਤਾਨੀ ਵੀਰ ਨੇ ਉਹ ਇਹ ਸਮਝਦੇ ਨੇ ਕਿ ਸਿੱਖਾਂ ਦਾ ਕੇਸ ਜਾਂ ਖਾਲਿਸਤਾਨ ਦਾ ਕੇਸ ਇਸ ਦੀ ਕੀ ਅਹਿਮੀਅਤ ਹੈ ਜੀ। ਔਰ ਉਹ ਇਹ ਵੀ ਸਮਝਦੇ ਨੇ ਕਿ ਵੀ ਜੇ ਖਾਲਿਸਤਾਨ ਹੋਂਦ ਦੇ ਵਿੱਚ ਆਉਂਦਾ ਹੈ ਤੇ ਪਾਕਿਸਤਾਨ ਵੀ ਸੇਵ ਹੁੰਦਾ ਹੈ ਜੀ। ਔਰ ਸਾਡਾ ਜਿਹੜਾ ਆਰਗੂਮੈਂਟ ਹੈ ਖਾਸ ਤੌਰ 'ਤੇ ਜਦੋਂ ਅਸੀਂ ਅਮਰੀਕਨ ਥੋੜ੍ਹੇ ਬਹੁਤ ਜਿਹੜੀ ਦਿਲਚਸਪੀ ਰੱਖਦੇ ਨੇ ਇਸ ਮੁੱਦੇ 'ਤੇ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਅਸੀਂ ਬਫਰ ਸਟੇਟ ਦਾ ਕਾਨਸੈਪਟ ਦਿੰਦੇ ਕਿ ਦੇਖੋ ਇੰਡੀਆ ਪਾਕਿਸਤਾਨ ਵਿੱਚ 1000 ਸਾਲ ਦੀ ਹਿਸਟਰੀ ਦਾ ਕਨਫਲਿਕਟ ਹੈ। ਦੋ ਵਿਚਾਰਧਾਰਾਵਾਂ ਨੇ, ਇੱਕ ਮੋਮਨ ਇੱਕ ਕਾਫਰ, ਇਸ ਥਾਟ ਤੋਂ ਸ਼ੁਰੂ ਹੋਇਆ। ਹਿੰਦੂ ਤਾਂ ਥਾਟ ਤਾਂ ਆਪਣਿਆਂ ਵਿਚਲਿਆਂ ਨੂੰ ਸ਼ੂਦਰ ਬਣਾਉਂਦਾ ਹੈ, 1000 ਸਾਲ ਗੁਲਾਮ ਰਹੇ, ਉਹ ਭੁੱਲ ਨਹੀਂ ਸਕਦੇ, ਉਸ ਕਿਸਮ ਦੀ ਮਾਨਸਿਕਤਾ 'ਚ ਜੀ ਰਹੇ ਨੇ। ਇਹੀ ਕਾਰਨ ਹੈ ਕਿ ਨਰਿੰਦਰ ਮੋਦੀ ਦਾ ਗ੍ਰਾਫ ਜਿਹੜਾ ਹਿੰਦੂਤਵਾ ਦਾ ਉੱਪਰ ਨੂੰ ਜਾ ਰਿਹਾ ਜੀ। ਸੋ ਇਸੇ ਤਰ੍ਹਾਂ ਦੋਨਾਂ ਦੇਸ਼ਾਂ ਦੇ ਵਿਚਕਾਰ ਆਲਰੇਡੀ ਉਹ ਕਸ਼ਮੀਰ ਦਾ ਮੁੱਦਾ ਹੋਏ ਜਾਂ ਬਾਅਦ ਦੇ ਵਿੱਚ ਜਿਹੜਾ ਸੈਚਿਨ ਗਲੇਸ਼ੀਅਰ ਦੇ ਨਾਲ ਥੱਲੇ ਕਾਰਗਿਲ ਵੀ ਜੁੜ ਗਏ ਜੀ। ਕਿੰਨੀ ਵਾਰੀ ਲੜਾਈਆਂ ਹੋਈਆਂ ਨੇ। ਭਾਰਤ ਨੇ ਫੌਜ ਦਾ ਇਸਤੇਮਾਲ ਕਰਕੇ ਉਹਨਾਂ ਦਾ ਪੂਰਬੀ ਬੰਗਾਲ ਤੋੜ ਕੇ ਬੰਗਲਾਦੇਸ਼ ਬਣਾ ਦਿੱਤਾ ਜੀ। ਸੋ ਇਹ ਹੌਸਟਿਲਿਟੀ ਕਿ ਜੀ ਨਵਾਜ਼ ਸ਼ਰੀਫ ਨੇ ਕੀ ਬਿਆਨ ਦਿੱਤਾ, ਮਨਮੋਹਨ ਸਿੰਘ ਨੇ ਕੀ ਦਿੱਤਾ, ਅਮਰੀਕਾ, ਇੱਦਾਂ ਜਿਹੜੀ ਸਾਈਕੋ ਹਿਸਟਰੀ ਹੁੰਦੀ ਹੈ ਉਹਦੇ ਪ੍ਰਭਾਵ ਮੁੱਕਦੇ ਨਹੀਂ ਹੈ ਜਾਂ ਉਹ ਖਤਮ ਨਹੀਂ ਹੁੰਦੇ ਜੀ। ਇਸ ਦੇ ਉਲਟ ਸਿੱਖ ਕੌਮ ਜਿਹੜੀ ਲਗਭਗ 5.5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਨਾਲ ਹੋਂਦ ਦੇ ਵਿੱਚ ਆਈ, ਪਹਿਲਾ ਸੁਨੇਹਾ ਗੁਰੂ ਸਾਹਿਬ ਦਾ ਸੀ, ਨਾ ਕੋ ਹਿੰਦੂ ਨਾ ਮੁਸਲਮਾਨ, ਕਿ ਕੋਈ ਹਿੰਦੂ ਨਹੀਂ ਹੈ ਕੋਈ ਮੁਸਲਮਾਨ ਨਹੀਂ। ਸੋ ਸਾਡੀ ਬੇਸ਼ੱਕ ਜੇ 17ਵੀਂ 18ਵੀਂ ਸਦੀ 'ਚ ਲੜਾਈ ਦਿੱਲੀ ਜਾਂ ਅਫਗਾਨਿਸਤਾਨ ਦੇ ਹਮਲਾਵਰਾਂ ਨਾਲ ਸੀ ਤੇ ਉਹ ਇਸਲਾਮ ਦੇ ਖਿਲਾਫ ਨਹੀਂ ਸੀ। ਇਸ ਲਈ ਹਰਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਅਮੀਰ ਨੇ ਰੱਖੀ ਹੈ ਜੀ। ਇਸੇ ਤਰ੍ਹਾਂ ਅੱਜ ਜੇ ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ, ਕੋਈ ਹਿੰਦੂਆਂ ਦੇ ਖਿਲਾਫ ਤਾਂ ਨਹੀਂ ਹੈ ਔਰ ਨਾ ਹੀ ਅਸੀਂ ਤਾਂ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਮੁੱਦੇ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਮੁੱਢਲੀ ਧਾਰਮਿਕ ਆਜ਼ਾਦੀ ਦੇ ਲਈ ਸ਼ਹਾਦਤ ਦਿੱਤੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦੋਨਾਂ ਦੇਸ਼ਾਂ ਦੇ ਵਿਚਾਲੇ ਬਫਰ ਸਟੇਟ ਖਾਲਿਸਤਾਨ ਦੀ ਹੋਂਦ ਹੀ ਪੱਕੇ ਤੌਰ ਤੇ ਸਾਊਥ ਏਸ਼ੀਆ ਦੇ ਵਿੱਚ ਸ਼ਾਂਤੀ ਜੀ, ਪ੍ਰੋਸਪੈਰਿਟੀ, ਖੁਸ਼ਹਾਲੀ ਔਰ ਸਟੇਬਿਲਿਟੀ, ਸਥਿਰਤਾ, ਇਹਨਾਂ ਤਿੰਨਾਂ ਦੀ ਜਾਮਨ ਹੈ। ਆਲਰੇਡੀ ਵਾਘਾ ਔਰ ਹੁਸੈਨੀ ਵਾਲਾ ਇਹ ਬਾਰਡਰ ਤਾਂ ਡਰਾ ਹੋਇਆ ਹੀ ਹੋਇਆ, ਦੱਖਣ ਭਾਰਤ ਨਾਲ ਤਾਂ ਨਹੀਂ ਪਾਕਿਸਤਾਨ ਦਾ ਬਾਰਡਰ ਲੱਗਦਾ ਜੀ। ਹੁਣ ਹੁਸੈਨੀ ਵਾਲਾ ਤੋਂ ਜੇ 25-30 ਮੀਲ ਦਾ ਜਿਹੜਾ ਕੋਰੀਡੋਰ ਹੈ ਗੁਜਰਾਤ ਦੇ ਸਮੁੰਦਰ ਤੱਕ, ਕਿਉਂਕਿ ਫਿਰ ਗੁਜਰਾਤ ਸਮੁੰਦਰ ਲੱਗਦਾ ਹੈ ਜਿੱਥੇ ਲਖਪਤ ਇੱਧਰ ਹੈ ਔਰ ਦੂਜੇ ਪਾਸੇ ਸਰ ਕਰੀਕ ਹੈ ਕਿਉਂਕਿ ਉੱਥੇ ਵੀ ਲੜਾਈ ਹੋਈ। ਕੱਛ ਦਾ ਏਰੀਆ ਹੈ ਜਿੱਥੇ ਫਿਰ ਸ਼ਾਸਤਰੀ ਨੇ ਸਿੱਖਾਂ ਨੂੰ ਭੇਜਿਆ ਕਿਸਾਨਾਂ ਨੂੰ ਕਿ ਵਸੋ ਜਾ ਕੇ, ਉੱਥੋਂ ਉਹਨੇ ਉਜਾੜਨ ਤੇ ਲੱਗੇ ਹੋਏ ਨੇ। ਸੋ ਉੱਥੋਂ ਤੱਕ ਬਾਰਡਰ ਹੈ, ਕੱਛ ਗੁਜਰਾਤ ਦੇ ਨਾਲ ਲੱਗਦਾ। ਸੋ ਜੇ 25-30 ਮੀਲ ਦਾ ਇਹ ਕੋਰੀਡੋਰ ਜਿਹੜਾ ਉਜਾੜ ਹੈ, ਇੱਧਰ ਵੀ ਉਜਾੜ ਹੈ ਪਾਕਿਸਤਾਨ ਵਾਲੇ ਪਾਸੇ ਵੀ, ਉਹਦੇ ਨਾਲ ਸਾਨੂੰ ਸਮੁੰਦਰ ਤੱਕ ਐਕਸੈਸ ਮਿਲ ਜਾਂਦੀ ਹੈ। ਇੱਧਰੋਂ ਅਸੀਂ ਜਮਨਾ ਤੋਂ ਵਾਘਾ ਤੱਕ ਆਪਣਾ ਇੱਕ ਨੇਸ਼ਨ ਬਣਾ ਲੈਂਦੇ ਜੀ। ਤੇ ਫਿਰ ਦੋਨਾਂ ਦੇਸ਼ਾਂ ਦੇ ਵਿੱਚ ਇੱਕ ਬਫਰ ਹੋਏਗੀ। ਕੋਈ ਇੰਡੀਆ ਪਾਕਿਸਤਾਨ ਦਾ ਸਿੱਧਾ ਸੰਬੰਧ ਨਹੀਂ ਹੋਏਗਾ। ਇਹ ਨਹੀਂ ਹੋਏਗਾ ਜੀ ਇੱਧਰੋਂ ਜਾ ਕੇ ਉੱਧਰ ਕੁਛ ਕਰਤਾ ਜਾਂ ਇਵੇਂ ਹੋ ਗਿਆ। ਸੋ ਇਹੀ ਖੁਸ਼ਹਾਲੀ ਹੈ। ਸੋ ਅਲੀ ਖਾਨ ਜੀ ਤੁਸੀਂ ਸਾਡੇ ਨਾਲ ਖਲੋਣ ਦਾ ਇਕਰਾਰ ਕਰਦੇ ਹੋ ਭਵਿੱਖ ਦੇ ਵਿੱਚ, ਪਰ ਅਸੀਂ ਤਾਂ ਸਾਨੂੰ ਤਾਂ ਵਰਤਮਾਨ 'ਚ ਪਹਿਲਾਂ ਲੋੜ ਹੈ।
ਭਵਿੱਖ ਤਾਂ ਫਿਰ ਡਿਸਾਈਡ ਹੁੰਦਾ ਹੈ ਵੀ ਭਵਿੱਖ ਕਿੱਧਰ ਨੂੰ ਜਾਂਦਾ ਹੈ। ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਹੁਣ ਅਸੀਂ ਸਵਾਲ ਜਵਾਬ ਵੱਲ ਵਧਦੇ ਹਾਂ। ਅੱਜ 16 ਸਤੰਬਰ 2013 2 ਅੱਸੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਦੇਖੋ, ਕੱਲ ਅਸੀਂ 16 ਸਤੰਬਰ ਸੀ ਤੇ 2 ਅਸੀਂ ਬੜੇ ਅਹਿਮ ਦਿਨ ਮਿਸ ਕਰ ਗਏ ਕਿਉਂਕਿ ਮੇਰੇ ਸਾਹਮਣੇ ਨਾਨਕਸ਼ਾਹੀ ਕੈਲੰਡਰ ਨਹੀਂ ਸੀ ਤੇ ਜਿੱਥੋਂ ਮੈਂ ਤਰੀਕਾਂ ਦੀ ਮਦਦ ਲੈਂਦਾ ਉਸ ਦੇ ਵਿੱਚ ਅੰਕਿਤ ਨਹੀਂ ਸੀ। ਪਰ ਅੱਜ ਜਦੋਂ ਮੈਂ ਮੂਲ ਕੈਲੰਡਰ ਨੂੰ ਚੈੱਕ ਕੀਤਾ ਤਾਂ ਮੈਨੂੰ ਇਹ ਰਿਅਲਾਈਜ਼ ਹੋਇਆ ਵੀ ਕੱਲ ਅਸੀਂ 2 ਅਹਿਮ ਧਾਰਮਿਕ ਦਿਨ, ਕੱਲ 16 ਸਤੰਬਰ ਸੀ ਜੀ ਪਹਿਲੀ ਅੱਸੂ ਤੇ ਕੱਲ ਦਾ ਦਿਨ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਨ ਦਾ ਜੀ ਤੇ ਉਸੇ ਦਿਨ ਹੀ ਗੁਰੂ ਰਾਮਦਾਸ ਜੀ ਦੇ ਚੌਥੇ ਪਾਤਸ਼ਾਹ ਦੇ ਗੁਰਗੱਦੀ ਦਿਵਸ ਦਾ ਦਿਨ ਸ਼ੁਰੂ ਹੋਇਆ ਜੀ। ਔਰ 16 ਸਤੰਬਰ ਪਹਿਲੀ ਅੱਸੂ ਹੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਨ ਦਾ ਤੇ ਗੁਰੂ ਅਰਜਨ ਸਾਹਿਬ ਦੇ ਗੁਰਗੱਦੀ ਦਾ ਦਿਵਸ ਸੀ। ਸੋ ਇਹ ਦੋਨੋਂ ਹੀ ਬੜੇ ਅਹਿਮ ਦਿਨ ਸੀ। ਜੀ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ, ਸੋ 3 ਗੁਰੂ ਸਾਹਿਬਾਨ ਦੇ ਜਿਹੜੇ ਜੀਵਨ ਨੇ ਇਸ ਦੇ ਨਾਲ ਸੰਬੰਧਿਤ ਹੁੰਦੇ ਨੇ। ਸੋ ਅਸੀਂ ਜਿਹੜਾ ਇਸ ਲਈ ਖਿਮਾ ਚਾਹੁੰਦੇ ਹਾਂ ਵੀ ਅਸੀਂ ਇਸ ਨੂੰ ਮਿਸ ਕੀਤਾ ਜੀ। 1932 ਦੇ ਵਿੱਚ ਜਦੋਂ ਕਿ ਕਮਿਊਨਲ ਅਵਾਰਡ ਬ੍ਰਿਟਿਸ਼ਰਸ ਨੇ ਲਿਆਂਦਾ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਦਾ ਜਿਹੜਾ ਤਾਕਤ ਦਾ ਤਵਾਜ਼ੁਨ ਪਾਰਲੀਮੈਂਟਸ ਔਰ ਅਸੈਂਬਲੀ ਦੇ ਵਿੱਚ ਲੈਵਲ ਕਰਨ ਦਾ ਜੀ, ਉਹ ਸਿੱਖਾਂ ਨੂੰ ਫਿੱਟ ਨਹੀਂ ਸੀ ਬਹਿੰਦਾ। ਬੇਸ਼ੱਕ ਉਹਨਾਂ ਦੀ ਪਰਸੈਂਟੇਜ 1 ਤੋਂ 1% ਲਗਭਗ ਵਧਾਈ, ਸੀਟ ਵੀ 1 ਵੱਧ ਗਈ, ਪਰ ਉਹਦੇ ਨਾਲ ਦੂਸਰਿਆਂ ਦੀ 2 ਸੀਟਾਂ ਵੱਧ ਗਈਆਂ। ਪਾਕਿਸਤਾਨ ਦੇ ਵਿੱਚ ਜਿਹੜਾ ਸਿੱਖਾਂ ਦੀ ਮੰਗ ਸੀ ਕਿ ਸਾਡੇ ਹੱਥ 'ਚ ਫਿਰਕੂ ਬੈਲੈਂਸ ਹੋਣਾ ਚਾਹੀਦਾ ਕਿਉਂਕਿ ਜਿਵੇਂ ਮੈਂ ਕਿਹਾ ਵੀ ਮੁਸਲਮਾਨਾਂ ਔਰ ਹਿੰਦੂਆਂ ਦਾ ਤਾਂ ਟਕਰਾਅ ਸੀ ਜੀ, ਉਦੋਂ ਵੀ ਸੀ। ਸੋ ਸਿੱਖਾਂ ਦੀ ਇਹ ਮੰਗ ਸੀ ਕਿ ਜੇ ਸਾਨੂੰ ਥੋੜ੍ਹਾ ਜਿਹਾ ਪਾਸਕੂ ਦੇ ਦਿੱਤਾ ਜਾਏ ਤੇ ਪੰਜਾਬ ਦੇ ਵਿੱਚ ਕਿਸੇ ਦੀ ਵੀ ਮੈਜੋਰਿਟੀ ਨਹੀਂ ਹੋਏਗੀ ਔਰ ਅਸੀਂ ਜਿਹੜਾ ਇਹਨੂੰ ਬੈਲੈਂਸ ਨੂੰ ਰੱਖ ਸਕਾਂਗੇ ਜੀ। ਸੋ ਅੰਗਰੇਜ਼ਾਂ ਨੇ ਜਿਵੇਂ ਉਹ ਬ੍ਰਿਟਿਸ਼ ਸੈਂਸ ਹੁੰਦੀ ਹੈ ਉਹ ਬਾਈ ਪਾਪੂਲੇਸ਼ਨ ਗਏ ਵੀ ਮੁਸਲਮਾਨਾਂ ਦੀ ਕਿੰਨੀ ਪਾਪੂਲੇਸ਼ਨ ਹੈ, ਸਿੱਖਾਂ ਦੀ ਕਿੰਨੀ ਹੈ, ਹਿੰਦੂਆਂ ਦੀ ਕਿੰਨੀ ਹੈ। ਸੋ ਉਹ ਜਿਹੜਾ ਬੇਸਿਕਲੀ ਸੀ ਉਹਨਾਂ ਦੇ ਹੱਕ 'ਚ ਜਾਂਦਾ ਸੀ ਬਹੁ ਗਿਣਤੀ ਦੇ। ਔਰ ਸਿੱਖਾਂ ਨੇ ਇਸ ਦੇ ਖਿਲਾਫ 1932 ਦੇ ਵਿੱਚ ਜਿਹੜਾ ਪ੍ਰੋਟੈਸਟ ਕੀਤਾ। ਔਰ ਜਿਵੇਂ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਲਿਖਿਆ ਜੀ ਕਿ ਜੇ ਅਕਾਲੀ ਜਿਵੇਂ ਉਹਨਾਂ ਨੇ ਰਣਜੀਤ ਸਿੰਘ ਦੀ ਸਮਾਧ ਤੇ ਇਕੱਠੇ ਹੋ ਕੇ ਪ੍ਰਣ ਕੀਤਾ ਸੀ ਕਿ ਵੀ ਅਸੀਂ ਇਹਨੂੰ ਬਦਲਾਵਾਂਗੇ, ਆਪਣੇ ਤੇ ਕਾਇਮ ਰਹਿੰਦੇ ਉਸ ਤੇ ਬ੍ਰਿਟਿਸ਼ ਜਿਹੜੇ ਨੇ ਉਹ ਸੋਚ ਰਹੇ ਸੀ ਵੀ ਇਸ ਤਬਦੀਲੀ ਕਰਕੇ ਸਿੱਖਾਂ ਨੂੰ ਸੰਤੁਸ਼ਟ ਕੀਤਾ ਜਾਏ। ਪਰ ਬਹੁਤ ਜਲਦੀ ਇਹਨਾਂ ਨੇ ਨਾਅਰੇਬਾਜ਼ੀਆਂ ਤਾਂ ਕੀਤੀਆਂ, ਪ੍ਰਣ ਵੀ ਕੀਤੇ, ਅਰਦਾਸਾਂ ਵੀ ਵੱਡੀਆਂ ਵੱਡੀਆਂ ਕੀਤੀਆਂ, ਗੁਰੂ ਨੂੰ ਵੀ ਨਿਹੋਰੇ ਦਿੱਤੇ, ਪਰ ਅਲਟੀਮੇਟਲੀ ਅਕਾਲੀ ਇਸ ਤੋਂ ਤਿਲਕ ਗਏ, ਖਿਸਕ ਗਏ। ਨਤੀਜੇ ਦੇ ਤੌਰ ਤੇ ਇਹੀ ਕਮਿਊਨਲ ਅਵਾਰਡ ਜਿਹੜਾ ਬਾਅਦ ਦੇ ਵਿੱਚ ਜਿਹੜਾ ਵੰਡ ਹੈ ਦੇਸ਼ ਦੀ ਉਹਦਾ ਆਧਾਰ ਬਣੇ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 642 ਦੇ ਵਿੱਚ ਅਰਬਾਂ ਨੇ ਅਲੈਗਜ਼ੈਂਡਰੀਆ ਜਿਹੜਾ ਇਜਿਪਟ ਦੇ ਵਿੱਚ ਉਹਨੂੰ ਕੰਕਰ ਕੀਤਾ ਔਰ ਜਿਹੜੀ ਬਹੁਤ ਵੱਡੀ ਲਾਇਬ੍ਰੇਰੀ ਸੀ ਉੱਥੇ ਉਹਨੂੰ ਤਬਾਹ ਕੀਤਾ ਜੀ। 1394 ਦੇ ਵਿੱਚ ਫਰਾਂਸ ਚੋਂ ਯਹੂਦੀਆਂ ਨੂੰ ਬਾਹਰ ਕੱਢ ਦਿੱਤਾ ਗਿਆ। ਕਿੰਗ ਨੇ ਆਰਡਰ ਕੀਤਾ ਕਿ ਆਲ ਜੂਜ਼ ਸ਼ੁੱਡ ਬੀ ਐਕਸਪੈਲਡ। 1598 ਦੇ ਵਿੱਚ ਅੱਜ ਇੱਕ ਮੌਰੀਸ਼ੀਅਸ ਬੜਾ ਸੋਹਣਾ ਟਾਪੂ ਹੈ, ਦੇਸ਼ ਹੈ ਜੀ। ਇਸ ਨੂੰ 1598 ਦੇ ਵਿੱਚ ਨੀਦਰਲੈਂਡ ਦੇ ਵਪਾਰੀਆਂ ਨੇ, ਸੇਲਰਸ ਨੇ ਜਿਹੜੇ ਉਹਨਾਂ ਦੇ ਨੇਵੀ ਵਾਲੇ ਹੁੰਦੇ ਨੇ, ਉਹਨਾਂ ਨੇ ਲੱਭਿਆ। 1787 ਦੇ ਵਿੱਚ ਫਿਲਾਡੈਲਫੀਆ ਕਨਵੈਨਸ਼ਨ ਨੇ ਅਮਰੀਕਾ ਦੇ ਸੰਵਿਧਾਨ ਨੂੰ ਮਨਜ਼ੂਰ ਕੀਤਾ। 1899 ਦੇ ਵਿੱਚ ਪਹਿਲੀ ਵਾਰ ਜਿਹੜੇ ਬ੍ਰਿਟਿਸ਼ ਟਰੂਪਸ ਨੇ ਉਹ ਬੰਬੇ ਤੋਂ ਸਾਊਥ ਅਫਰੀਕਾ ਗਏ, ਉੱਥੇ ਜ਼ੁਲੂ ਵਾਰ ਚੱਲ ਰਹੀ ਸੀ ਜੀ। ਔਰ ਅੰਗਰੇਜ਼ਾਂ ਨੇ ਫਿਰ ਕਿਵੇਂ ਭਾਰਤੀ ਫੌਜ ਨੂੰ, ਜਿਹਦੇ 'ਚ ਹਿੰਦੂ, ਸਿੱਖ, ਮੁਸਲਮਾਨ, ਮਰਾਠੇ, ਗੋਰਖੇ ਸਾਰੇ ਹੀ ਸ਼ਾਮਲ ਸੀ, ਗੜਵਾਲੀ, ਉਹਨਾਂ ਨੂੰ ਕਿਵੇਂ ਫਿਰ ਦੁਨੀਆ ਭਰ 'ਚ ਵਰਤਿਆ ਆਪਣੇ ਯੂਨੀਅਨ ਜੈਕ ਦੇ ਲਈ। ਉਹ ਵਰਲਡ ਵਾਰਸ ਤੱਕ ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਲੱਖਾਂ ਸੋਲਜਰ ਮਰੇ। ਸੋ ਪਹਿਲੀ ਵਾਰ 1899 'ਚ ਬ੍ਰਿਟਿਸ਼ ਟਰੂਪ ਜਿਹੜੇ ਨੇ ਉਹ ਸਾਊਥ ਅਫਰੀਕਾ ਭੇਜੇ ਗਏ। 1902 ਦੇ ਵਿੱਚ ਅਮਰੀਕਾ ਨੇ ਜਿਹੜਾ ਕਿ ਰੋਮਾਨੀਆ ਦੇ ਵਿੱਚ ਐਂਟੀਸੈਮਿਟਿਜ਼ਮ, ਯਹੂਦੀਆਂ ਦੇ ਖਿਲਾਫ ਇੱਕ ਵੇਵ ਬਣੀ ਸੀ, ਉਹਦੇ 'ਤੇ ਪ੍ਰੋਟੈਸਟ ਕੀਤਾ ਜੀ। 1960 ਦੇ ਵਿੱਚ ਕਿਊਬਾ ਨੇ, ਕਿਉਂਕਿ ਕਿਊਬਾ ਦੇ ਨਾਲ ਅਮਰੀਕਾ ਦਾ ਟਕਰਾਅ ਸ਼ੁਰੂ ਹੋ ਗਿਆ ਸੀ, ਸੋਵੀਅਤ ਯੂਨੀਅਨ ਕਿਊਬਾ ਦੀ ਮਦਦ ਕਰਦਾ ਸੀ, ਸੋ ਉਹਨਾਂ ਨੇ ਜਿੰਨੇ ਅਮਰੀਕਨ ਬੈਂਕ ਸੀ ਕਿਊਬਾ ਦੇ ਵਿੱਚ ਉਹ ਕਿਊਬਾ ਦੇ ਫਿਡਾਲ ਕਾਸਟਰੋ ਨੇ ਸਾਰੇ ਨੈਸ਼ਨਲਾਈਜ਼ ਕਰ ਲਏ ਜੀ। 1984 ਦੇ ਵਿੱਚ ਅਮਰੀਕਾ 'ਚ ਇਹ ਖਾਸ ਦਿਨ ਹੈ ਕਿ 10,000 ਦੇ ਕਰੀਬ ਲੋਕਾਂ ਨੇ ਉਦਨ ਸਿਟੀਜ਼ਨਸ਼ਿਪ ਦੀ ਸਹੁੰ ਚੁੱਕੀ। 10,000 ਜਿਹੜੇ ਨੇ ਇੱਕੋ ਕੁਝ ਮਿੰਟਾਂ ਦੇ ਵਿੱਚ ਅਮਰੀਕੀ ਸਿਟੀਜ਼ਨ ਬਣ ਗਏ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵੀਅਰਸ ਤੁਸੀਂ ਸਾਡੇ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।
ਮੇਰੇ ਕੁਐਸਚਨ ਕਿ